ਇਹ ਤਾਂ ਕਾਂਗਰਸ ਦੀ ਨਾ ਓਛੀ ਜਿਹੀ ਹਰਕਤ ਲੱਗਦੀ ਹੈ। ਜਿਹੜੇ ਆਲਰੇਡੀ ਪਹਿਲਾਂ ਸੀਐਮ ਹਨ ਉਹਨਾਂ ਨੂੰ ਬਣੇ ਬਹੁਤ ਜ਼ਿਆਦਾ ਸਮਾਂ ਵੀ ਨਹੀਂ ਹੋਇਆ, 111 ਦਿਨ ਉਹਨਾਂ ਨੇ ਰਾਜ ਚਲਾਇਆ ਔਰ ਇਹ 111 ਦਿਨਾਂ 'ਚ ਹੀ ਪੰਜਾਬ ਦੀ ਜਨਤਾ ਤਰਾਹੀ ਕਰ ਰਹੀ ਹੈ ਔਰ ਉਹਨਾਂ ਨੂੰ ਹੀ ਉਹਨਾਂ ਨੇ ਕੰਟੀਨਿਊ ਕੀਤਾ। ਇਹ ਕਿਹਦੀਆਂ ਅੱਖਾਂ 'ਚ ਧੂੜ ਝੋਂਕਣਾ ਚਾਹੁੰਦੇ ਨੇ ਜਦੋਂ ਆਲਰੇਡੀ ਉਹ ਸੀਐਮ ਹਨ? ਤੁਸੀਂ ਸੋਚ ਕੇ ਬਣਾਏ ਹੋਣੇ ਆ। ਦੇਖੋ ਉਹਨਾਂ ਦਿਨਾਂ 'ਚ ਇਸ ਤਰ੍ਹਾਂ ਚੱਲ ਰਿਹਾ ਸੀ ਜਿਵੇਂ ਇੱਕ ਮੈਚ ਚੱਲ ਰਿਹਾ ਹੁੰਦਾ, ਇੱਕ ਦਿਨ ਰੰਧਾਵਾ ਜੀ ਦਾ ਨਾਮ ਆ ਗਿਆ, ਦੂਜੇ ਦਿਨ ਜਾਖੜ ਜੀ ਦਾ ਆ ਗਿਆ, ਤੀਜੇ ਕਦੇ ਸਿੱਧੂ ਜੀ ਦਾ ਆ ਗਿਆ। ਇਹ ਬਸ ਲੋਕਾਂ ਤੋਂ ਇੱਕ ਤਰ੍ਹਾਂ ਦੀ ਸਹਾਨੁਭੂਤੀ ਹਾਸਲ ਕਰਕੇ ਹੁਣ ਕਾਂਗਰਸ ਜਿੱਤਣ ਦੇ ਕਗਾਰ ਤੇ। ਦੇਖੋ ਬੜੀ ਖੁਸ਼ੀ ਦੀ ਗੱਲ ਆ, ਜਿਹੇ ਗਰੀਬ ਚਰਨਜੀਤ ਚੰਨੀ ਨੇ, ਮੈਂ ਕਹਿੰਦਾ ਪੰਜਾਬ ਦੀ ਜਨਤਾ ਸਾਰੀ ਇੰਨੀ ਗਰੀਬ ਹੋ ਗਈ। ਨੁਮਾਇੰਦਿਆਂ ਨੇ ਜਿਹੜਾ ਸਰਕਾਰਾਂ ਨੇ ਭੋਜਨ ਭੇਜਿਆ, ਅੰਨ ਭੇਜਿਆ ਜਨਤਾ ਦੇ ਲਈ, ਉਹ ਆਪਣੇ ਵਰਕਰਾਂ ਦੇ ਘਰਾਂ ਦੇ ਵਿੱਚ ਡੰਪ ਕਰ ਲਿਆ। ਬੜੀ ਜਗ੍ਹਾ ਤੇ ਤੁਸੀਂ ਆਪ ਸਾਰਿਆਂ ਨੇ ਜਾ ਕੇ ਉਹ ਦੇਖਿਆ ਵੀ ਆ, ਲਾਈਵ ਵੀ ਹੋਇਆ। ਪੰਜਾਬ ਇੱਕ ਨਿਊਜ਼ ਦੇਖਣ ਵਾਲੇ ਦਰਸ਼ਕਾਂ ਦਾ ਸਵਾਗਤ ਹੈ। ਮੈਂ ਰਾਧਾ ਖੰਨਾ ਅੱਜ ਫਿਰ ਤੁਹਾਨੂੰ ਜੁੜੀ ਹਾਂ ਵਿਧਾਨ ਸਭਾ 2022 ਪੰਜਾਬ ਦੀਆਂ ਚੋਣਾਂ ਦੇ ਸਰਗਰਮੀਆਂ ਲੈ ਕੇ। ਸਾਡੇ ਨਾਲ ਜੁੜੇ ਨੇ ਰਜਨੀਸ਼ ਧਮਾਨ, ਐਗਜ਼ੈਕਟਿਵ ਮੈਂਬਰ ਬੀਜੇਪੀ ਪੰਜਾਬ ਤੋਂ। ਸਰ ਪਹਿਲਾਂ ਤਾਂ ਮੈਨੂੰ ਇਹ ਦੱਸੋ, ਤੁਸੀਂ ਬੀਜੇਪੀ ਵਿੱਚ ਕਿੰਨੇ ਸਾਲ ਤੋਂ ਐਜ਼ ਅ ਵਰਕਰ ਕੰਮ ਕਰ ਰਹੇ ਹੋ? ਮੈਂ ਤਾਂ ਪਿਛਲੇ ਲਗਭਗ 30 ਸਾਲ ਤੋਂ ਭਾਰਤੀ ਜਨਤਾ ਪਾਰਟੀ ਦਾ ਬਤੌਰ ਵਰਕਰ ਕੰਮ ਕਰ ਰਿਹਾ ਔਰ ਅਲੱਗ-ਅਲੱਗ ਜ਼ਿੰਮੇਵਾਰੀਆਂ ਨਿਭਾਈਆਂ ਨੇ ਜੀ ਔਰ ਕੰਟੀਨਿਊ ਪਾਰਟੀ ਨਾਲ ਕੰਮ ਕਰ ਰਹੇ ਹਾਂ। ਸਰ ਜਿਵੇਂ ਕਿ ਤੁਸੀਂ ਜਾਣਦੇ ਹੋ, ਹੁਣ ਬੜੀਆਂ ਹੀ ਉਥਲ-ਪੁਥਲ ਪੰਜਾਬ ਦੀ ਸੱਤਾ ਵਿੱਚ ਨਜ਼ਰ ਆਉਂਦੀ ਪਈ। ਜਿੱਦਾਂ ਇਹਦਾ ਚੋਣਾਂ ਨੇੜੇ ਆ ਰਹੀਆਂ ਨੇ, ਅਲੱਗ-ਅਲੱਗ ਦਾਅ ਛੱਡੇ ਜਾ ਰਹੇ ਨੇ, ਚਾਹੇ ਕਿਸੇ ਨਾ ਕਿਸੇ ਚੀਜ਼ ਦੀ ਆਫਰ ਦੀ ਗੱਲ ਕਰ ਲਈਏ ਤੇ ਚਾਹੇ ਲਗਾਤਾਰ ਜਿਹਦੇ 'ਚ ਆਪਣਾ ਸੱਤਾ 'ਚ ਬਦਲਾਵ ਕਹਿ ਲਓ, ਮੰਤਰੀ ਮੰਡਲ 'ਚ ਜਿਹੜੇ ਬਦਲਾਵ ਆਉਂਦੇ ਨੇ। ਕੱਲ੍ਹ ਜਿਵੇਂ ਕਿ ਤੁਸੀਂ ਜਾਣਦੇ ਹੋ, ਪਹਿਲਾਂ ਨਵੇਂ ਮੁੱਦੇ 'ਤੇ ਗੱਲ ਕਰਾਂਗੇ, ਰਾਹੁਲ ਗਾਂਧੀ ਜੀ ਆਏ ਸੀਗੇ ਸਾਡੇ ਲੁਧਿਆਣੇ ਤੇ ਉਹ ਅਨਾਊਂਸ ਕਰਕੇ ਗਏ ਨੇ ਸੀਐਮ ਚਿਹਰਾ ਚਰਨਜੀਤ ਸਿੰਘ ਚੰਨੀ। ਕੀ ਵਿਚਾਰ ਹੈ ਤੁਹਾਡਾ ਇਸ ਬਾਰੇ? ਦੇਖੋ ਇਹ ਤਾਂ ਕਾਂਗਰਸ ਦੀ ਨਾ ਓਛੀ ਜਿਹੀ ਹਰਕਤ ਲੱਗਦੀ ਆ। ਜਿਹੜੇ ਆਲਰੇਡੀ ਪਹਿਲਾਂ ਸੀਐਮ ਹਨ ਉਹਨਾਂ ਨੂੰ ਬਣੇ ਬਹੁਤ ਜ਼ਿਆਦਾ ਸਮਾਂ ਵੀ ਨਹੀਂ ਹੋਇਆ, 111 ਦਿਨ ਉਹਨਾਂ ਨੇ ਰਾਜ ਚਲਾਇਆ ਔਰ ਇਹ 111 ਦਿਨਾਂ 'ਚ ਹੀ ਪੰਜਾਬ ਦੀ ਜਨਤਾ ਤਰਾਹੀ ਕਰ ਰਹੀ ਆ। ਲੈਂਡ ਮਾਫੀਆ, ਸੈਂਡ ਮਾਫੀਆ, ਨਸ਼ਾ ਔਰ ਖ਼ਾਸ ਤੌਰ 'ਤੇ ਇਹਨਾਂ ਦਿਨਾਂ ਦੇ ਵਿੱਚ ਜਿਹੜਾ ਪੁਲਿਸ ਤੰਤਰ ਦਾ ਜਿਸ ਹਿਸਾਬ ਨਾਲ ਰੋਲ ਰਿਹਾ, ਇੰਨੇ DGP ਬਦਲਣੇ ਪਏ, ਇਸ ਤਰ੍ਹਾਂ ਦਾ ਕਦੇ ਦੇਖਣ ਨੂੰ ਨਹੀਂ ਮਿਲਿਆ ਔਰ ਉਹਨਾਂ ਨੂੰ ਹੀ ਉਹਨਾਂ ਨੇ ਕੰਟੀਨਿਊ ਕੀਤਾ। ਇਹ ਕਿਹਦੀਆਂ ਅੱਖਾਂ 'ਚ ਧੂੜ ਝੋਂਕਣਾ ਚਾਹੁੰਦੇ ਨੇ ਜਦੋਂ ਆਲਰੇਡੀ ਉਹ ਸੀਐਮ ਹਨ? ਤੁਸੀਂ ਸੋਚ ਕੇ ਬਣਾਏ ਹੋਣੇ ਆ ਔਰ ਉਹਨਾਂ ਨੂੰ ਬਦਲ ਨਹੀਂ ਸੀ ਸਕਦੇ। ਉਹਨਾਂ ਦੇ ਗਲੇ ਦੀ ਹੱਡੀ ਬਣ ਚੁੱਕਿਆ। ਉਹਨਾਂ ਨੂੰ ਅਗਰ ਉਹ ਬਦਲਦੇ ਆ ਤਾਂ ਉਹ ਇਹ ਕਾਂਗਰਸ ਦੇ ਪਹਿਲੇ ਨਿਰਣਿਆਂ ਦੇ ਉੱਤੇ ਆਪਣੇ ਆਪ ਪ੍ਰਸ਼ਨ ਚੱਲਣ ਲੱਗਣਾ ਸੀ। ਸਰ ਕਾਂਗਰਸ ਦੇ ਇੰਨੇ ਦਿੱਗਜ ਨੇਤਾ ਪੁਰਾਣੇ ਉਹਨਾਂ ਕੋਲ ਬੈਠੇ ਨੇ ਤੇ ਹਾਈ ਕਮਾਂਡ ਕਹਿ ਲਈਏ ਰਾਹੁਲ ਗਾਂਧੀ ਜੀ ਨੂੰ ਚਰਨਜੀਤ ਸਿੰਘ ਚੰਨੀ ਨੂੰ ਹੀ ਚਿਹਰਾ ਕਿਉਂ ਅਨਾਊਂਸ ਕਰਨਾ ਪਿਆ? ਇਹ ਤਾਂ ਰਾਹੁਲ ਜੀ ਉਹ ਬਿਹਤਰ ਦੱਸ ਸਕਦੇ ਨੇ। ਮੈਂ ਪਹਿਲਾਂ ਵੀ ਤੁਹਾਨੂੰ ਇਹ ਗੱਲ ਤੁਹਾਡੇ ਨਾਲ ਸਾਂਝੀ ਕੀਤੀ ਕਿ ਕਾਂਗਰਸ ਨੇ ਬੜੀ ਮਜਬੂਰੀ ਦੇ ਵਿੱਚ ਪਹਿਲਾਂ ਵੀ ਉਹਨਾਂ ਦਾ ਨਾਮ ਅਨਾਊਂਸ ਕੀਤਾ। ਦੇਖੋ ਉਹਨਾਂ ਦਿਨਾਂ 'ਚ ਇਸ ਤਰ੍ਹਾਂ ਚੱਲ ਰਿਹਾ ਸੀ ਜਿਵੇਂ ਇੱਕ ਮੈਚ ਚੱਲ ਰਿਹਾ ਹੁੰਦਾ, ਇੱਕ ਦਿਨ ਰੰਧਾਵਾ ਜੀ ਦਾ ਨਾਮ ਆ ਗਿਆ, ਦੂਜੇ ਦਿਨ ਜਾਖੜ ਜੀ ਦਾ ਆ ਗਿਆ, ਤੀਜੇ ਕਦੇ ਸਿੱਧੂ ਜੀ ਦਾ ਆ ਗਿਆ। ਸੋ ਇਹ ਕਾਂਗਰਸ ਦੀ ਉਥਲ-ਪੁਥਲ ਦੇ ਸੰਕੇਤ ਨੇ। ਉਹ 111 ਦਿਨ ਪਹਿਲਾਂ ਜਿਹਨੂੰ ਘੋਸ਼ਿਤ ਕੀਤਾ ਉਹਨਾਂ ਨੂੰ ਬਦਲਣਾ ਉਹਨਾਂ ਲਈ ਬੜਾ ਮੁਸ਼ਕਲ ਸੀ। ਸੋ ਇਸ ਕਰਕੇ ਉਹਨਾਂ ਨੇ ਕੰਟੀਨਿਊ ਕੀਤਾ। ਇਹਦੇ ਵਿੱਚ ਕੋਈ ਵੀ ਐਸਾ ਨਹੀਂ ਹੈ ਕਿ ਪੰਜਾਬ ਦੀ ਜਨਤਾ ਉਹਨਾਂ ਨਾਲ ਖੜੀ ਆ। ਆਪਸੀ ਤੌਰ 'ਤੇ ਉਹਨਾਂ ਨੇ ਆਪਣੇ ਨਿਰਣਿਆਂ ਉਹਨੂੰ ਦੁਬਾਰਾ ਕੰਟੀਨਿਊ ਕਰਨ ਦੀ ਕੋਸ਼ਿਸ਼ ਕੀਤੀ ਆ। ਪੰਜਾਬ ਦੀ ਜਨਤਾ ਦੀ ਨਜ਼ਰ 'ਚ ਧੂੜ ਪੱਕੀ ਗਈ ਆ। ਜਿਵੇਂ ਕਿ ਰਾਹੁਲ ਗਾਂਧੀ ਜੀ ਦਾ ਕੱਲ ਕਹਿਣਾ ਵੀ ਮੈਂ ਤਾਂ ਪੰਜਾਬ ਦੀ जनता ਨੂੰ ਪੁੱਛਿਆ, मैं आपसे जानना चाहता हूँ कि आप कैसा सीएम चाहते हो, तो उन्होंने कहा सीएम गरीब घर से हो। मतलब ये नारा किहड़ा नवा इन्होंने चक लिया, गरीब घर वाला नारा। ये बस लोगों तो एक तरह की सहानुभूति हासिल करके हुण कांग्रेस जितन दे कगार ते खेल रही है। देखो बड़ी खुशी की गल आ, ਜਿਹੇ गरीब चरणजीत चन्नी ने, मैं कहना पंजाब की जनता सारी इन्नी गरीब होवे। इस तरह की गरीब लोग होण तां घट्टो घट्ट अपना खुशहाल जीवन तां जीण ਔਰ ਜਿਨ੍ਹਾਂ ਨੇ 111 ਦਿਨ ਦੇ ਵਿੱਚ ਅੱਤ ਚੱਕੀ ਰੱਖੀ ਆ, ਉਹਨਾਂ ਦੇ ਉੱਤੇ ਕਿਹੜੇ ਤਰ੍ਹਾਂ ਦੇ ਇਲਜ਼ਾਮ ਨਹੀਂ ਲੱਗਦੇ ਆ ਰਹੇ। ਪਿਛਲੇ ਲਗਾਤਾਰ 2 ਸਾਲ ਪਹਿਲਾਂ ਵੀ ਉਹਨਾਂ ਦੇ ਰੇਤ ਦੀ ਸਾਂਠ-ਗਾਂਠ ਦੇ ਲੱਗੇ। ਅੱਜ ਉਹਨਾਂ ਦੇ ਭਾਣਜਿਆਂ ਦੇ ਉੱਤੇ, ਉਹਨਾਂ ਦੇ ਪਰਿਵਾਰ ਦੇ ਉੱਤੇ ਹਰ ਤਰ੍ਹਾਂ ਦੀਆਂ ਬਦਲੀਆਂ, ਹਰ ਤਰ੍ਹਾਂ ਦਾ ਜਿੰਨਾ ਤੰਤਰ ਚੱਲਦਾ ਸੀ, ਕਿੱਥੇ ਬੈਠ ਕੇ ਚੱਲਦਾ ਸੀ, ਉਹ ਕਿੰਨੇ ਪੈਸੇ ਬਰਾਮਦ ਹੋਏ ਆ,
ਕਿ ਇਹ ਗੱਲਾਂ ਜਿਹੜੀਆਂ ਨੇ ਇਹ ਗੱਲਾਂ ਸਾਬਤ ਕਰਦੀਆਂ ਨੇ ਵੀ ਇਸ ਤਰ੍ਹਾਂ ਦੇ ਗਰੀਬ ਤਾਂ ਘਰ ਘਰ ਹੋਣ, ਘੱਟੋ ਘੱਟ ਸਾਡਾ ਦੇਸ਼ ਖੁਸ਼ਹਾਲ ਹੋਵੇ, ਪਰ ਕਰਪਸ਼ਨ ਨਾਲ ਨਹੀਂ, ਆਪਣੀ ਮਿਹਨਤ। 111 ਦਿਨ ਦੀ ਸਰਕਾਰ ਦੀ ਗੱਲ ਕਰੀਏ ਜਾਂ ਕਾਂਗਰਸ ਦੇ ਵਾਅਦਿਆਂ ਦੀ ਗੱਲ ਕਰੀਏ, ਇੱਕ ਸਭ ਤੋਂ ਵੱਡੀ ਗੱਲ ਜਿਹੜੀ ਸਾਡੇ ਫਿਗਰਸ ਵਿੱਚ ਕੱਢੀ ਗਈ ਸੀ, ਜਿਵੇਂ ਕਾਂਗਰਸ ਸਰਕਾਰ ਹੋ ਗਈ ਸੀ 5.5 ਰੁਪਏ ਰੇਟ। ਕਿਆ ਅਸੀਂ ਇੱਥੇ ਸਰ ਸਾਡੇ ਚੈਨਲ ਵੱਲੋਂ ਪੂਰੀ ਸਟੋਰੀ ਕੀਤੀ ਹੈ, ਕਿਆ ਕਿਸੇ ਨੂੰ 5.5 ਰੁਪਏ ਰੇਤ ਮਿਲੀ ਜਾਂ ਫਿਰ ਇਹ ਸਾਰੀਆਂ ਫਿਗਰਸ ਹੀ ਨੇ? 4000 ਕਰੋੜ ਦਾ ਵਿਕਾਸ ਕਹਿ ਲਓ ਕਾਂਗਰਸ ਵੱਲੋਂ, ਜਾਂ 5.5 ਰੁਪਏ ਰੇਤ ਕਹਿ ਲਓ, ਜਾਂ 100 ਰੁਪਏ ਕੇਬਲ ਕਹਿ ਲਓ, ਇਹ ਸਭ ਕੁਝ ਕੀ ਹੈ? ਦੇਖੋ, ਮੇਰੇ ਨਾਲੋਂ ਜ਼ਿਆਦਾ ਬਿਹਤਰ ਤੁਸੀਂ ਜਾਣਦੇ ਹੋ। ਅੱਜ ਤੁਸੀਂ ਜਨਤਾ ਤੋਂ, ਜਰਨਲ ਪਬਲਿਕ ਤੋਂ ਇਹ ਗੱਲ ਦੇ ਵਿਊ ਲੈ ਸਕਦੇ ਹੋ। 5.5 ਰੁਪਏ ਅਗਰ ਰੇਤਾ ਕਿਸੇ ਨੂੰ ਮਿਲਿਆ, ਇਹਦਾ ਜਵਾਬ ਨਵਜੋਤ ਸਿੰਘ ਸਿੱਧੂ ਨੇ ਦਿੱਤਾ, ਉਹਨਾਂ ਦੇ ਪ੍ਰਧਾਨ ਨੇ, ਕਿ ਨਹੀਂ ਮਿਲ ਰਿਹਾ। ਵਿਕਾਸ ਦੀ ਗੱਲ ਆ, 4000 ਕਰੋੜ ਦੀ ਨਾਲ ਦੇ ਪੂਰਬੀ ਹਲਕੇ ਦੇ ਵਿੱਚ ਸਿਰਫ ਮੁਹੂਰਤ ਹੋਏ ਨੇ। 111 ਦਿਨ 'ਚ ਚੰਨੀ ਜੀ ਦੀਆਂ ਅਨਾਊਂਸਮੈਂਟ ਹੋਈਆਂ ਨੇ। ਦੱਸੋ ਕਿਹਨੂੰ 100 ਰੁਪਈਆ ਕੇਬਲ ਮਿਲ ਰਹੀ ਆ, ਕਿਹਨੂੰ ਰੇਤਾ ਸਸਤਾ ਮਿਲ ਰਿਹਾ? ਕਿਹੜੇ ਜਿਨ੍ਹਾਂ ਨੂੰ ਬੈਠ ਕੇ ਗੰਨੇ ਦੇ ਰੇਟ ਤੈਅ ਕੀਤੇ ਸੀ, ਉਹੀ ਕਿਸਾਨ ਤਰਾਈ ਕਰ ਰਹੇ ਨੇ ਕਿ ਸਾਨੂੰ ਰੇਟ ਨਹੀਂ ਮਿਲੇ। ਇਹਨਾਂ ਨੇ ਵਾਅਦਾ ਕੀਤਾ ਸੀ। ਇਹ ਸਿਰਫ ਚੋਣੀ ਸਟੰਟ ਕਹਿ ਲਈਏ ਫਿਰ ਇਹਨਾਂ ਨੂੰ, ਮਤਲਬ ਮੂਰਤ ਕਰਕੇ ਪੱਥਰ ਲਾਤਾ ਵੀ। ਤੁਸੀਂ ਇਹ ਦੇਖੋ ਜੀ, ਐਡੇ ਹੀ ਜ਼ਬਰਦਸਤ ਤਰੀਕੇ ਦੇ ਨਾਲ ਇਹਨਾਂ 111 ਦਿਨਾਂ ਦਾ ਯੂਜ਼ ਕੀਤਾ ਗਿਆ। ਅਸੀਂ ਕੋਈ ਵੀ ਅਨਾਊਂਸਮੈਂਟ ਕਰਦੇ ਹਾਂ ਵੀ ਉਹਦੇ ਵਿੱਚ ਘੱਟੋ ਘੱਟ ਤੁਹਾਡੇ ਕੋਲ ਹੈ ਕੀ, ਤੁਹਾਡੀ ਪੋਕਟ 'ਚ ਕੀ ਆ, ਤੁਸੀਂ ਕਿਵੇਂ ਦੇ ਪਾਓਗੇ? ਪੰਜਾਬ ਦੀ ਜਨਤਾ ਬਹੁਤ ਖੁਦਗਰਜ਼ ਜਨਤਾ, ਪੰਜਾਬ ਦੇ ਨੁਮਾਇੰਦੇ ਬੜੇ ਖੁਦਗਰਜ਼ ਨੇ। ਉਹਨਾਂ ਨੂੰ ਕੁਝ ਫਰੀ 'ਚ ਨਹੀਂ ਚਾਹੀਦਾ, ਉਹਨਾਂ ਨੂੰ ਚਾਹੀਦਾ ਤੁਸੀਂ ਉਹਨਾਂ ਨੂੰ ਐਸਾ ਇੰਫਰਾਸਟਰਕਚਰ ਦਿਓ, ਕਮ ਸੇ ਕਮ ਰੋਜ਼ਗਾਰ ਦਿਓ, ਮੈਡੀਕਲ ਸੁਵਿਧਾਵਾਂ ਦਿਓ, ਉਹਨਾਂ ਨੂੰ ਉਹਨਾਂ ਦਾ ਪੜ੍ਹਾਈ ਦਾ ਸਤਰ ਉੱਚਾ ਕਰੋ ਬੱਚਿਆਂ ਦਾ। ਜਿਹੜੇ ਬੱਚੇ ਅੱਜ ਦੇਖੋ ਕਿਵੇਂ ਪੰਜਾਬ ਦੀ ਜਨਤਾ, ਬੱਚੇ ਬਾਹਰ ਜਾ ਰਹੇ ਨੇ, ਉਹਨਾਂ ਦੇ ਬਾਰੇ ਸਰਕਾਰ ਕੋਲ ਕੋਈ ਪਲੈਨਿੰਗ ਹੀ ਨਹੀਂ, ਮੈਡੀਕਲ ਸੁਵਿਧਾ ਦੀ ਕੋਈ ਪਲੈਨਿੰਗ ਨਹੀਂ। ਸੋ ਇਹ ਸਾਰੇ ਚੁਣਾਵੀ ਸਟੰਟ ਸਾਬਤ ਹੋ ਰਹੇ ਨੇ, ਇਹਨਾਂ 'ਚੋਂ ਕੁਝ ਨਿਕਲ ਕੇ ਨਹੀਂ ਆਇਆ। ਸੋ ਮੈਂ ਇਹਦੇ ਚੀਜ਼ ਦੀ ਬਹੁਤ ਭਰਪੂਰ ਨਿਖੇਧੀ ਕਰਦਾ, ਔਰ ਮੈਂ ਨਹੀਂ ਕਰਦਾ, ਪੰਜਾਬ ਦੀ ਜਨਤਾ ਤੋਂ ਤੁਸੀਂ ਪੁੱਛ ਕੇ ਦੇਖ ਰਹੇ ਹੋ। ਇੱਕ ਗੱਲ ਬੜੀ ਹੋਰ ਇੰਪੋਰਟੈਂਟ, ਬਾਰ ਇਹ ਜਦੋਂ ਮੁਹੂਰਤ ਕੋਈ ਕਰਦੇ ਨੇ, ਦੇਖੋ ਖਾਸ ਤੌਰ 'ਤੇ ਅਸੀਂ ਦੇਖਿਆ ਲੁਧਿਆਣੇ ਸ਼ਹਿਰ 'ਚ, ਲੁਧਿਆਣਾ ਸਮਾਰਟ ਸਿਟੀ ਦੇ ਤੌਰ 'ਤੇ ਲੱਤਾ ਗਿਆ। ਕੇਂਦਰ ਸਰਕਾਰ ਨੇ ਇੰਨਾ ਪੈਸਾ ਭੇਜਿਆ, ਉਹਦੇ ਬਾਵਜੂਦ ਅੱਜ ਤੁਸੀਂ RTI ਲਗਾ ਕੇ ਕੱਢ ਕੇ ਦੇਖੋ ਕਿ ਉਹ ਪੈਸਾ ਯੂਟੀਲਾਈਜ਼ ਨਹੀਂ ਹੋ ਪਾਇਆ, ਔਰ ਉਹਨਾਂ ਦੇ ਉੱਤੇ ਮੁਹੂਰਤ ਕਰਕੇ ਇਹ ਆਪਣੀਆਂ ਰਾਜਨੀਤਿਕ ਰੋਟੀਆਂ ਸੇਕਦੇ ਰਹੇ। ਪੈਸਾ ਕੇਂਦਰ ਸਰਕਾਰ ਨੇ ਭੇਜਿਆ, ਸਮੇਂ 'ਤੇ ਅਸੀਂ ਕੰਮ ਨਹੀਂ ਪੂਰੇ ਕਰਵਾ ਰਹੇ। ਕਿਉਂ ਨਹੀਂ ਕਰਵਾ ਰਹੇ? ਕਿਉਂਕਿ ਅਸੀਂ ਚਾਹੁੰਦੇ ਹਾਂ ਵੀ ਉਹ ਜਿਹੜੇ ਕੰਮ ਨੇ ਸਾਡੇ ਖਾਸ ਠੇਕੇਦਾਰਾਂ ਨੂੰ ਜਾਂ ਉਹਨਾਂ ਨੂੰ ਮਿਲ ਜਾਣ, ਜਿਹੜਾ ਦਾਲ ਫੁਲਕਾ ਵੀ ਵਧੀਆ ਚੱਲਦਾ ਰਹੇ। ਇਹ ਕਰਪਸ਼ਨ ਦੀ ਹੱਦ ਤੋਂ ਵੀ ਵੱਧ ਕੇ ਕੰਮ ਕੀਤੇ ਨੇ ਇਹਨਾਂ ਨੇ। ਤੁਸੀਂ ਉਹੀ ਸੈਂਟਰ ਦੇ ਪੈਸੇ ਦੀ ਯੂਟੀਲਾਈਜੇਸ਼ਨ ਦੀ ਗੱਲ ਕੀਤੀ, ਤੇ ਮੈਂ ਉਹੀ ਗੱਲ ਕਰਨਾ ਚਾਹਾਂਗੀ। ਪੈਸਾ ਆਉਂਦਾ ਹੈ, ਤੁਸੀਂ ਕਹਿੰਦੇ ਹੋ ਪਾਸ ਕਰਵਾਏ ਜਾਂਦੇ ਨੇ ਜਿਹੜੇ ਟੈਂਡਰ ਨੇ, ਸੈਂਟਰ ਗਵਰਨਮੈਂਟ ਤੋਂ ਪਾਸ ਕਰਵਾਏ ਜਾਂਦੇ ਨੇ, ਰਾਜ ਸਰਕਾਰਾਂ ਦਾ ਇਹ ਪੂਰਾ ਸਰ ਖੇਲ ਚੱਲਦਾ। ਹੁਣ ਸੈਂਟਰ ਹਲਕੇ ਦੀ ਗੱਲ ਕਰੀਏ, ਸੈਂਟਰ ਹਲਕੇ 'ਚ ਪਿਛਲੇ ਸਾਲ ਜੋ ਵੀ ਵਿਕਾਸ ਹੋਏ ਨੇ, ਜੋ ਕੰਮ ਹੋਏ ਨੇ, ਜੋ ਹੋਣੇ ਹੈ, ਉਹਨਾਂ ਦਾ ਕ੍ਰੈਡਿਟ ਕਿਤੇ ਨਾ ਕਿਤੇ ਮੌਜੂਦਾ MLA ਲੈ ਜਾਂਦਾ। ਪਰ ਜਿਵੇਂ ਤੁਸੀਂ ਕਹਿ ਰਹੇ ਹੋ, ਟੈਂਡਰ ਪਾਸ ਸੈਂਟਰ ਤੋਂ ਕਰਾਏ ਜਾਂਦੇ ਨੇ, ਚਾਹੇ ਸਮਾਰਟ ਸਿਟੀ ਦੇ ਹੋਣ ਤੇ ਚਾਹੇ ਕਰੋਨਾ ਕਾਲ ਦੇ ਹੋਣ, ਉਹਦਾ ਹਲਾਵਾ ਦੇ ਕੇ ਫਿਰ ਉਹ ਆਪਣੀ ਰਾਜਨੀਤੀ ਕਿੱਦਾਂ ਖੇਡ। ਮੈਂ ਕਹਿੰਦਾ ਜੀ, ਦੇਖੋ ਕੋਈ ਵੀ ਕ੍ਰੈਡਿਟ ਅਗਰ ਕੋਈ ਕਰਵਾਏਗਾ ਤਾਂ ਜਨਤਾ ਜ਼ਰੂਰ ਉਹਨੂੰ ਕ੍ਰੈਡਿਟ ਦੇਗੀ। ਜੀ, ਪਿਛਲਾ ਕਿੰਨਾ ਮੰਦਭਾਗਾ ਸਮਾਂ ਸੀ, ਇੱਕ ਦੌਰ ਚੱਲ ਰਿਹਾ ਸੀ ਜਦੋਂ ਜਨਤਾ ਨੂੰ ਆਪਣੇ ਨੁਮਾਇੰਦਿਆਂ ਦੀ ਲੋੜ ਸੀ। ਤਾਂ ਨੁਮਾਇੰਦੇ ਕੀ ਕਰ ਰਹੇ ਸੀ? ਨੁਮਾਇੰਦਿਆਂ ਨੇ ਜਿਹੜਾ ਸਰਕਾਰਾਂ ਨੇ ਭੋਜਨ ਭੇਜਿਆ, ਅੰਨ ਭੇਜਿਆ ਜਨਤਾ ਦੇ ਲਈ, ਉਹ ਆਪਣੇ ਵਰਕਰਾਂ ਦੇ ਘਰਾਂ ਦੇ ਵਿੱਚ ਡੰਪ ਕਰ ਲਿਆ। ਬੜੀ ਜਗ੍ਹਾ 'ਤੇ ਤੁਸੀਂ ਆਪ ਸਾਰਿਆਂ ਨੇ ਜਾ ਕੇ ਉਹ ਦੇਖਿਆ ਵੀ ਆ, ਲਾਈਵ ਵੀ ਹੋਇਆ ਕਿ ਇਹ ਸੇਵਾ, ਕਿ ਇਹਦਾ ਅਸੀਂ ਰਿਜ਼ਲਟ ਲੈਣਾ ਚਾਹੁੰਦੇ ਹਾਂ। ਦੂਸਰੇ ਪਾਸੇ ਲੁਧਿਆਣਾ ਸੈਂਟਰ ਤੋਂ ਭਾਰਤੀ ਜਨਤਾ ਪਾਰਟੀ ਦੇ ਨੁਮਾਇੰਦੇ ਨੇ ਗੁਰਦੇਵ ਸ਼ਰਮਾ ਦੇਵੀ ਜੀ, ਪੂਰੇ ਕਰੋਨਾ ਕਾਲ ਦੇ ਵਿੱਚ ਔਰ ਹਮੇਸ਼ਾ ਪਿਛਲੇ 5 ਸਾਲ ਦੇ ਵਿੱਚ ਇਲਾਕੇ ਦੀ ਜਨਤਾ ਦੇ ਨਾਲ ਉਹਨਾਂ ਦੀ ਆਵਾਜ਼ ਬਣ ਕੇ ਖੜ੍ਹੇ ਨੇ। ਕੋਈ ਦੁੱਖ ਸੁੱਖ ਹੋਵੇ, ਕੋਈ ਉਹਨਾਂ ਦੀ ਪੀੜਾ ਹੋਵੇ, ਅਗਰ ਕਰੋਨਾ ਕਾਲ 'ਚ ਜਦੋਂ ਲੋਕ ਆਪਣੇ ਘਰਾਂ 'ਚੋਂ ਨਹੀਂ ਸੀ ਨਿਕਲ ਰਹੇ, ਉਹਨਾਂ ਨੇ ਆਪਣੀ ਪਰਵਾਹ ਕੀਤੇ ਬਗੈਰ ਇਲਾਕੇ ਦੀ ਸੇਵਾ ਨਿਭਾਈ। ਇਹ ਗੱਲਾਂ ਦੇ ਪ੍ਰਤੱਖ ਗਵਾਹ ਤੁਸੀਂ ਸਾਰਾ ਭਾਈਚਾਰਾ, ਇਲਾਕੇ ਦੀ ਜਨਤਾ, ਇਹਨਾਂ ਚੀਜ਼ਾਂ ਦਾ ਜਨਤਾ ਨੂੰ ਅੱਜ ਕ੍ਰੈਡਿਟ ਜਨਤਾ ਇਹਨਾਂ ਗੱਲਾਂ ਦਾ ਮੋੜੇਗੀ, ਨਾ ਕਿ ਉਹਨਾਂ ਗੱਲਾਂ ਦਾ
ਵੀ ਜਿਹੜੀਆਂ ਸਰਕਾਰ ਵੱਲੋਂ ਫੈਸਿਲਿਟੀਆਂ ਆਈਆਂ ਤੇ ਅਸੀਂ ਉਹ ਫੈਸਿਲਿਟੀਆਂ ਵੀ ਆਪਣੇ ਘਰਾਂ 'ਚ ਰੱਖ ਲਈਆਂ, ਜਨਤਾ ਤੱਕ ਨਹੀਂ ਪਹੁੰਚਾਈਆਂ। ਕੀ ਸੋਚ ਕੇ ਸ਼੍ਰੀ ਗੁਰਦੇਵ ਸ਼ਰਮਾ ਦੇਬੀ ਜੀ ਨੇ, ਜਿਵੇਂ ਤੁਸੀਂ ਦੱਸਿਆ ਵੀ ਜਦੋਂ ਉਹ ਐਮਐਲਏ ਨਹੀਂ ਵੀ ਬਣੇ, ਚਾਹੇ ਚੋਣਾਂ ਹਾਰ ਗਏ, ਪਰ ਉਹਨਾਂ ਦਾ ਦਾਅਵਾ ਹੈ ਕਿ ਮੇਰਾ 5 ਸਾਲ ਦਫ਼ਤਰ ਕਦੀ ਬੰਦ ਨਹੀਂ ਹੋਇਆ ਸੈਂਟਰ ਹਲਕੇ 'ਚ, ਮੈਂ ਲੋਕਾਂ ਦੇ ਹਰ ਕਾਰਜ ਕਰਵਾਏ ਉਹਨਾਂ ਦੇ, ਲੋਕੀ ਮੇਰੇ ਕੋਲ ਕੰਮ ਲੈ ਕੇ ਆਉਂਦੇ ਰਹੇ। ਇਹ ਕੀ ਕਮੀ ਹੈ ਸਿਸਟਮ 'ਚ ਕਿ ਲੋਕਾਂ ਨੂੰ ਉਹਨਾਂ ਕੋਲ ਕੰਮ ਕਰਵਾਉਣ। ਸੈਂਟਰ ਹਲਕੇ ਦੀ ਗੱਲ ਕਰੀਏ ਤਾਂ ਚੋਣ ਪ੍ਰਚਾਰ ਲਗਾਤਾਰ ਸਰ ਜਾਰੀ ਹੈ। ਜੇ ਦੇਬੀ ਜੀ ਦਾ ਵੀ ਇਹ ਕਹਿਣਾ ਹੈ ਕਿ ਮੈਂ 5 ਸਾਲ ਆਪਣਾ ਦਫ਼ਤਰ, ਚਾਹੇ ਮੈਂ ਜਿੱਤਿਆ ਚਾਹੇ ਮੈਂ ਹਾਰਿਆ, ਸਮਾਜ ਦੇ ਕਾਜ ਕਰਾਉਣ ਨੂੰ ਮੈਂ ਖੁੱਲ੍ਹਾ ਰੱਖਿਆ। ਕੀ ਦੇਬੀ ਸਾਹਿਬ ਦੇ ਮਨ ਵਿੱਚ ਇਹ ਕੀ ਮਨਸ਼ਾ ਇੱਦਾਂ ਦੀ ਸੀ ਕਿ ਉਹਨਾਂ ਨੇ ਲੋਕਾਂ ਦੇ ਕੰਮ ਕਰਾਉਣ ਲਈ ਆਪਣਾ ਦਫ਼ਤਰ ਬਿਨਾਂ ਕਿਸੇ ਲਾਲਚ ਦੇ ਖੁੱਲ੍ਹਾ ਰੱਖਿਆ, ਅਤੇ ਕੀ ਸਿਸਟਮ 'ਚ ਕਮੀਆਂ ਸੀ ਕਿ ਲੋਕਾਂ ਨੂੰ ਕੰਮ ਕਰਾਉਣ ਲਈ ਦੇਬੀ ਸਾਹਿਬ ਕੋਲ ਆਉਣਾ ਪਿਆ? ਦੇਖੋ, ਕਮੀਆਂ ਤਾਂ ਮੈਂ ਪਹਿਲਾਂ ਵੀ ਤੁਹਾਨੂੰ ਗਿਣਾਈਆਂ ਨੇ ਕਿ ਜੋ ਸਰਕਾਰ ਵੱਲੋਂ ਸੁਵਿਧਾਵਾਂ ਇਲਾਕੇ ਨੂੰ ਦੇਣੀਆਂ ਚਾਹੀਦੀਆਂ ਸੀ ਜਾਂ ਸਰਕਾਰਾਂ ਨੇ ਕੋਈ ਉਪਰਾਲੇ ਕਰਨ ਦੀ ਕੋਸ਼ਿਸ਼ ਕੀਤੀ, ਉਹ ਜਿਹੜੇ ਨੁਮਾਇੰਦੇ ਨੇ ਉਹਨਾਂ ਨੇ ਆਪਣੇ ਤੱਕ ਸੀਮਤ ਕਰ ਲਿਆ, ਉਹਨਾਂ ਨੂੰ ਜਨਤਾ ਤੱਕ ਪਹੁੰਚਾਇਆ ਨਹੀਂ। ਉਹਨਾਂ ਨੂੰ ਆਪਣੀ ਸਿਹਤ ਦਾ ਆਪਣੇ ਪ੍ਰਤੀ ਜ਼ਿਆਦਾ ਉਹ ਸੁਚੇਤ ਰਹੇ ਆ, ਜਨਤਾ ਦੇ ਪ੍ਰਤੀ ਨਹੀਂ ਰਹੇ। ਦੂਸਰੀ ਗੱਲ, ਦੇਬੀ ਜੀ ਨੇ ਕਿਉਂ ਕੀਤਾ, ਮੈਂ ਤੁਹਾਨੂੰ ਇੱਕ ਗੱਲ ਤੁਹਾਡੇ ਨਾਲ ਸਾਂਝੀ ਕਰਨੀ ਚਾਹੁੰਦਾ ਕਿ ਭਾਰਤੀ ਜਨਤਾ ਪਾਰਟੀ ਜਿਹੜੀ ਹੈ, ਇਹਦੇ ਵਿੱਚ ਸਭ ਤੋਂ ਪਹਿਲਾਂ ਇਸ ਗੱਲ ਨੂੰ ਮੱਦੇ ਨਜ਼ਰ ਰੱਖਿਆ ਜਾਂਦਾ, ਸਾਡਾ ਮੋਟਿਵ ਹਮੇਸ਼ਾ ਚੁਣਾਵ ਜਾਂ ਇਲੈਕਸ਼ਨ ਨਹੀਂ ਰਿਹਾ, ਸੇਵਾ ਸਾਡਾ ਹਮੇਸ਼ਾ ਮਿਸ਼ਨ ਰਿਹਾ। ਅਸੀਂ ਇਹ ਨਹੀਂ, ਪੂਰੇ ਪੰਜਾਬ 'ਚ, ਪੂਰੇ ਹਿੰਦੁਸਤਾਨ ਦੇ ਵਿੱਚ ਜਿੱਥੇ ਸਾਡੇ ਵਰਕਰ ਨੇ, ਪਾਰਟੀ ਵੱਲੋਂ ਵਿਸ਼ੇਸ਼ ਤੌਰ 'ਤੇ ਪ੍ਰੋਗਰਾਮ ਅਭਿਆਨ ਚਲਾਏ ਗਏ ਔਰ ਇਹਨਾਂ ਦੇ ਪ੍ਰਮੁੱਖ ਲਗਾਏ ਗਏ। ਅਸੀਂ ਡੇਲੀ ਇਹਨਾਂ ਚੀਜ਼ਾਂ ਦੀ ਰਿਪੋਰਟਿੰਗ ਕਰਦੇ ਸੀ। ਤੁਹਾਨੂੰ ਜਾਣ ਕੇ ਹੈਰਾਨੀ ਹੋਏਗੀ ਕਿ ਲੁਧਿਆਣੇ ਦੇ ਵਿੱਚ ਡੇਲੀ ਬੀਜੇਪੀ ਦੇ ਵਰਕਰਾਂ ਵੱਲੋਂ ਲਗਭਗ 2 ਲੱਖ ਲੋਕਾਂ ਤੱਕ ਅਪਰੋਚ ਕੀਤੀ ਜਾਂਦੀ ਸੀ। ਪੂਰੇ ਲੁਧਿਆਣੇ, ਮੈਂ ਜ਼ਿਲ੍ਹੇ ਦੀ ਗੱਲ ਕਰ ਰਿਹਾ। ਤਾਂ ਇਸ ਤਰ੍ਹਾਂ ਹੀ ਪੰਜਾਬ ਦੇ ਵਿੱਚ ਹਰੇਕ ਕੌਂਸਟੀਟੂਐਂਸੀ ਵਾਈਜ਼, ਹਰੇਕ ਜ਼ਿਲ੍ਹਾ ਵਾਈਜ਼ ਪੂਰੀ ਪੰਜਾਬ ਤੱਕ ਰਿਪੋਰਟ ਔਰ ਸੈਂਟਰ ਤੱਕ ਇਹ ਸਿੰਸੀਅਰ ਸੀ। ਪੰਜਾਬ ਹੀ ਨਹੀਂ, ਜਿੰਨੇ ਪੰਜਾਬ ਦੇ ਪ੍ਰਦੇਸ਼ ਨੇ, ਹਰ ਜਗ੍ਹਾ ਇਹ ਸੇਵਾ ਮਿਸ਼ਨ ਚੱਲ ਰਿਹਾ ਸੀ। ਦੇਖੋ, ਅਸੀਂ ਸਮਾਜ 'ਚ ਵਿਚਰਦੇ ਹਾਂ, ਸਾਡਾ ਸਭ ਤੋਂ ਵੱਡਾ ਧਰਮ ਆ ਸਮਾਜ ਦੇ ਨਾਲ ਖੜ੍ਹੇ ਹੋਣਾ। ਇਹਦੇ ਲਈ ਅਸੀਂ ਇਲੈਕਸ਼ਨ ਲੜ ਕੇ ਵੀ ਜਨਤਾ ਲਈ ਕੰਮ ਕਰਨਾ, ਆਪਣੇ ਦੇਸ਼ ਲਈ ਕੰਮ ਕਰਨਾ। ਤਾਂ ਫਿਰ ਅਸੀਂ ਜਦੋਂ ਜਨਤਾ ਦੁੱਖ ਦੀ ਘੜੀ 'ਚ ਆ ਤਾਂ ਉਹਦੇ ਨਾਲ ਖੜਨਾ ਸਾਡਾ ਫਰਜ਼ ਆ। ਇਹ ਫਰਜ਼ ਨੂੰ ਸਮਝ ਕੇ ਦੇਬੀ ਸਾਹਿਬ ਨੇ ਇੱਥੇ ਸੇਵਾ ਨਿਭਾਈ ਆ। ਜੀ, ਕੀ ਕਹਿਣਾ ਚਾਹੋਗੇ ਸਰ, ਪੰਜਾਬ ਦੀ ਜਨਤਾ ਨੂੰ ਜਾਂ ਸੈਂਟਰ ਦੀ ਜਨਤਾ ਨੂੰ ਕੀ ਅਪੀਲ ਕਰਨਾ ਚਾਹੋਗੇ? ਮੈਂ ਇਹ ਅਪੀਲ ਕਰਨੀ ਚਾਹੁੰਦਾ, ਅੱਜ ਤੁਹਾਡੇ ਕੋਲ ਮੌਕਾ, ਤੁਸੀਂ ਸਾਰੀਆਂ ਪਾਰਟੀਆਂ ਨੂੰ ਦੇਖਿਆ, ਇਹ ਬੜਾ ਝੂਠ ਬੋਲ ਕੇ ਤੁਹਾਨੂੰ ਅਲੱਗ-ਅਲੱਗ ਤਰ੍ਹਾਂ ਦੇ ਮੁਫਤਖੋਰੀ ਦੀ ਆਦਤ ਬਣਾ ਕੇ ਇਸ ਤਰ੍ਹਾਂ ਦੇ ਤੁਹਾਨੂੰ ਜਿਹੜੇ ਵਾਅਦੇ ਕਰ ਰਹੇ ਨੇ, ਇਹ ਅੱਗੇ ਵੀ ਕੀਤੇ ਗਏ, ਕਦੇ ਪੂਰੇ ਨਹੀਂ ਹੋਏ। ਤੁਸੀਂ ਉਹ ਪਾਰਟੀ ਨੂੰ ਚੁਣੋ ਜਿਹੜੀ ਜੋ ਕਹਿੰਦੀ ਆ ਉਹ ਕਰਦੀ ਆ। ਦੇਖੋ, ਮੈਂ ਫਿਰ ਤੁਹਾਨੂੰ ਇੱਕ ਗੱਲ ਕਹਿਣੀ ਚਾਹੂੰਗਾ ਕਿ ਕੇਂਦਰ 'ਚ ਮੋਦੀ ਜੀ ਦੀ ਸਰਕਾਰ ਆ ਔਰ ਮੋਦੀ ਜੀ ਬੜੀ ਸਪਸ਼ਟ ਔਰ ਜਨਤਾ ਹਿੱਤ ਦੀ ਗੱਲ ਕਰਕੇ, ਪਬਲਿਕ ਹਿੱਤ ਦੀ ਗੱਲ ਕਰਕੇ ਜਨਤਾ 'ਚ ਵਿਚਰ ਰਹੇ ਨੇ। ਤੁਸੀਂ ਦੇਖੋ, ਜਿਹੜੇ ਪ੍ਰਦੇਸ਼ਾਂ ਦੇ ਵਿੱਚ ਸਾਡੀਆਂ ਸਰਕਾਰਾਂ ਨੇ, ਉਹਨਾਂ ਦੇ ਵਿੱਚ ਜੋ ਪਾਲਿਸੀਆਂ ਪਾਰਟੀ ਦੀਆਂ ਨੇ ਉਹ ਬੜੇ ਵਧੀਆ ਢੰਗ ਨਾਲ ਲਾਗੂ ਹੋ ਰਹੀਆਂ ਨੇ। ਉਹ ਚਾਹੇ ਅੰਸ਼ੁਮਨ ਯੋਜਨਾ ਹੋਵੇ, ਲੋਕਾਂ ਨੂੰ ਮੈਡੀਕਲ ਸੁਵਿਧਾ ਮੁਹੱਈਆ ਕਰਨ ਦੇ ਲਈ, ਜਾਂ ਹੋਰ ਯੋਜਨਾਵਾਂ ਹੋਣ, ਪੰਜਾਬ ਦੀ ਸਰਕਾਰ ਨੇ ਉਹਨਾਂ ਯੋਜਨਾਵਾਂ ਨੂੰ ਲਾਗੂ ਕਰਨ 'ਚ ਕਦੇ ਧਿਆਨ ਨਹੀਂ ਦਿੱਤਾ। ਪੰਜਾਬ ਦੀਆਂ ਸਰਕਾਰਾਂ ਦਾ ਹਮੇਸ਼ਾ ਧਿਆਨ ਰਿਹਾ ਆਪਣੇ ਫੰਡ ਇਕੱਠੇ ਕਰਨ 'ਚ। ਇੱਥੇ ਦੇਖੋ, ਕਰੋਨਾ ਕਾਲ 'ਚ ਲੋਕ ਲਿਕੁਇਡ ਸ਼ਰਾਬ ਪੀ ਕੇ ਉਹਦੇ ਨਾਲ ਮਰੇ। ਹਰ ਤਰ੍ਹਾਂ ਦਾ ਕਰਪਸ਼ਨ ਇੱਥੇ ਹੋਈ, ਰੇਤ ਤੋਂ ਲੈ ਕੇ, ਜ਼ਮੀਨਾਂ ਤੋਂ ਲੈ ਕੇ, ਨਸ਼ੇ ਤੋਂ ਲੈ ਕੇ ਔਰ ਕ੍ਰਾਈਮ ਨੂੰ ਲੈ ਕੇ ਕੋਈ ਐਸਾ ਮੁੱਦਾ ਬਚਿਆ ਨਹੀਂ। ਪਰ ਲੋਕੀ ਬਦਲਾਵ ਦੀ ਗੱਲ ਅਗਰ ਤੁਸੀਂ ਕਰ ਰਹੇ ਹੋ, ਬਦਲਾਵ ਜਾਣਨਾ ਤਾਂ ਚਾਹੁੰਦੇ ਨੇ ਨਾ। ਜੇ ਸੈਂਟਰ 'ਚ ਤੁਸੀਂ ਕਹਿ ਰਹੇ ਹੋ ਮੋਦੀ ਜੀ ਆਏ, ਸਕੀਮਾਂ ਲਾਂਚ ਹੋਈਆਂ, ਤੇ ਪੰਜਾਬ 'ਚ ਕੀ ਐਸਾ ਬਦਲਾਵ ਹੈ ਜਿਹੜਾ ਬੀਜੇਪੀ ਸਰਕਾਰ ਲੈ ਕੇ ਆਉਣਾ ਚਾਹੁੰਦੀ ਹੈ? ਅਸੀਂ ਅਗਰ ਜਦੋਂ ਸਾਡੀ ਸਰਕਾਰ ਬਣਦੀ ਹੈ, ਜਿਸ ਢੰਗ ਨਾਲ ਪੰਜਾਬ ਦਾ ਮਾਹੌਲ ਚੱਲ ਰਿਹਾ, ਉਹ ਨਿਸ਼ਚਿਤ ਹੈ ਕਿ ਪੰਜਾਬ ਦੇ ਵਿੱਚ ਭਾਰਤੀ ਜਨਤਾ ਪਾਰਟੀ ਅਲਾਇੰਸ ਦੀ ਸਰਕਾਰ ਬਣੇਗੀ। ਸਰ, ਕਿਆ ਬੇਅਦਬੀਆਂ ਰੁਕਣਗੀਆਂ? ਕਿਆ ਜੋ ਅੱਜ ਕੱਲ੍ਹ ਲਗਾਤਾਰ ਬੇਅਦਬੀਆਂ ਦੇ ਮਾਹੌਲ ਹੋ ਰਹੇ, ਗੁਰਦੁਆਰਿਆਂ 'ਚ, ਮੰਦਿਰਾਂ 'ਚ ਲੋਕਾਂ ਵਿੱਚ ਇੱਕ ਗਲਤ ਚੀਜ਼ ਫੈਲਾਉਣ ਦੀ ਕੋਸ਼ਿਸ਼ ਹੋ ਰਹੀ ਹੈ, ਧਰਮਾਂ ਨੂੰ ਭੜਕਾਉਣ ਦੀ ਕੋਸ਼ਿਸ਼ ਹੋ ਰਹੀ ਹੈ, ਕਿਆ ਰੋਕਿਆ ਜਾਏਗਾ? ਮੈਂ ਸਮਝਦਾ ਬਈ ਕੋਈ ਵੀ ਕਿਸੇ ਦੇ ਪ੍ਰਤੀ ਵੀ ਨਿੰਦਾਯੋਗ ਜੋ ਵੀ ਕੰਮ ਹੋ ਰਿਹਾ, ਚਾਹੇ ਉਹ ਕਿਸੇ ਵੀ ਧਰਮ ਦੀ ਬੇਅਦਬੀ ਦਾ ਮਾਮਲਾ ਹੋਵੇ, ਇਹਨਾਂ ਚੀਜ਼ਾਂ ਦੀ ਮਿਸਾਲ
ਜਿਹੜੇ ਪ੍ਰਦੇਸ਼ਾਂ 'ਚ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਆ ਉਹ ਤੁਹਾਡੇ ਸਾਹਮਣੇ ਆ। ਪ੍ਰਤੱਖ ਨੂੰ ਪ੍ਰਮਾਣਾਂ ਦੀ ਜ਼ਰੂਰਤ ਨਹੀਂ ਹੁੰਦੀ। ਅਗਰ ਸਾਡੀ ਸਰਕਾਰ ਬਣਨ ਤੋਂ ਬਾਅਦ ਅਸੀਂ ਇਹ ਸਾਰੇ ਮਾਫੀਆ ਗਰੁੱਪਾਂ ਦੇ ਉੱਤੇ ਬੜੀ ਸਖਤ ਕਾਰਵਾਈ ਸਰਕਾਰ ਕਰੂਗੀ। ਜਿਵੇਂ ਯੂਪੀ ਦੇ ਵਿੱਚ ਕਾਰਵਾਈਆਂ ਹੋਈਆਂ ਨੇ, ਜਿੰਨੇ ਮਾਫੀਆ ਸੀ ਇਹ ਮਾਫੀਆ ਭੱਜ ਕੇ ਬਾਕੀ ਪ੍ਰਦੇਸ਼ਾਂ 'ਚ ਗਏ। ਉੱਥੇ ਦਾ ਮਾਫੀਆ ਨੂੰ ਤੁਸੀਂ ਦੇਖੋ ਕਿੰਨੀ ਪਲੈਨਿੰਗ ਦੇ ਨਾਲ ਪੰਜਾਬ ਦੀ ਜੇਲ੍ਹ 'ਚ ਸ਼ਿਫਟ ਕਰ ਦਿੱਤਾ ਗਿਆ ਸੀ। ਇਸ ਤਰ੍ਹਾਂ ਦੇ ਲੋਕਾਂ ਨੂੰ ਅਸੀਂ ਪੰਜਾਬ ਦੇ ਵਿੱਚ ਨਹੀਂ ਰਹਿਣ ਦੇਵਾਂਗੇ। ਉਹਨਾਂ ਲੋਕਾਂ ਦੇ ਉੱਤੇ ਸਰਕਾਰ ਪੂਰੀ ਕਾਰਵਾਈ ਕਰੂਗੀ, ਚਾਹੇ ਉਹ ਨਸ਼ਾ ਹੋਵੇ, ਚਾਹੇ ਰੇਤ ਹੋਵੇ, ਚਾਹੇ ਸ਼ਰਾਬ ਦਾ ਮਾਫੀਆ ਹੋਵੇ, ਚਾਹੇ ਲੈਂਡ ਹੋਵੇ, ਚਾਹੇ ਲਾਅ ਐਂਡ ਆਰਡਰ ਹੋਵੇ। ਸਾਡਾ ਬਾਰਡਰ ਏਰੀਆ ਦੇ ਵਿੱਚ ਜਦੋਂ ਵੀ ਸਰਕਾਰ ਕੋਈ ਤਸਕਰੀ ਨੂੰ, ਕਿਸੇ ਚੀਜ਼ ਨੂੰ ਰੋਕਣ ਦੀ ਅਸੀਂ ਕੋਈ ਗੱਲ ਕਰਦੇ ਹਾਂ ਤਾਂ ਉਸ ਪੋਲੀਟੀਕਲ ਉਹਦਾ ਨਜ਼ਰੀਆ ਚਸ਼ਮੇ ਨਾਲ ਦੇਖਿਆ ਜਾਂਦਾ। ਪਰ ਅਸੀਂ ਆਪਣੇ ਦੇਸ਼ ਦੀ, ਪੰਜਾਬ ਦੀ ਸ਼ੂਰਵੀਰ ਜਨਤਾ ਦੀ ਰਖਵਾਲੀ ਦੇ ਲਈ ਭਾਰਤੀ ਜਨਤਾ ਪਾਰਟੀ ਔਰ ਕੇਂਦਰ 'ਚ ਮੋਦੀ ਸਰਕਾਰ ਹਮੇਸ਼ਾ ਵਚਨਬੱਧ ਔਰ ਆਪਣਾ ਵਚਨ ਨਿਭਾਊਗੀ। ਬਿਲਕੁਲ ਸਹੀ। ਜਿੱਦਾਂ ਕਿ ਤੁਸੀਂ ਦੇਖਿਆ ਸਾਡੇ ਨਾਲ ਰਜਨੀਸ਼ ਧੀਮਾਨ ਜੀ ਨੇ ਆਪਣੀਆਂ ਗੱਲਾਂ ਸਾਂਝੀਆਂ ਕੀਤੀਆਂ ਅਤੇ ਕਿਤੇ ਨਾ ਕਿਤੇ ਮੋਦੀ ਜੀ ਇਸ ਚੀਜ਼ ਦਾ ਇੱਕ ਸਫਲ ਉਦਾਹਰਨ ਵੀ ਰਹੇ ਨੇ। ਚਾਹੇ ਜੰਮੂ ਕਸ਼ਮੀਰ ਦੇ ਵਿੱਚ ਧਾਰਾ 370 ਦੀ ਗੱਲ ਕੀਤੀ ਜਾਵੇ, ਚਾਹੇ ਬਾਰਡਰ ਏਰੀਆ ਤੋਂ BSF ਦੀ ਰੇਂਜ ਵਧਾਉਣ ਦੀ ਗੱਲ ਕੀਤੀ ਜਾਵੇ। ਅਸੀਂ ਇਹੀ ਚਾਹਾਂਗੇ ਵਿਧਾਨ ਸਭਾ ਪੰਜਾਬ ਦੀਆਂ 2022 ਦੀਆਂ ਚੋਣਾਂ ਸਿਰ ਮੱਥੇ ਨੇ, ਪਰ ਜਿਹਦੀ ਵੀ ਸਰਕਾਰ ਹੈ ਐਸੀ ਸਰਕਾਰ ਹੈ ਜਿਹੜੀ ਪੰਜਾਬ ਨੂੰ ਇੱਕ ਸ਼ਕਤੀਸ਼ਾਲੀ ਔਰ ਵਿਕਾਸ ਦਾ ਰਾਜ ਬਣਾਏ। ਵਿਕਾਸ ਚੋਪੜਾ, ਰਾਧਾ ਖੰਨਾ ਦੀ ਰਿਪੋਰਟ, ਪੰਜਾਬ ਬ੍ਰੇਕਿੰਗ ਨਿਊਜ਼।